ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਚੈਨਲ। ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਅੱਜ ਭਾਰਤ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ। ਉੱਥੇ ਹੀ ਕਿਸਾਨਾਂ ਵੱਲੋਂ ਆਪਣਾ ਰੈਲੀ ਕੱਢ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ। ਉਹਨਾਂ ਵੱਲੋਂ ਤਿੰਨੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਰੈਲੀ ਕੱਢੀ ਜਾ ਰਹੀ ਹੈ। ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਇਹਨਾਂ ਦਾ ਕੀ ਕਹਿਣਾ ਹੈ। ਕਿਸਾਨਾਂ ਵਿੱਚ ਲਗਾਤਾਰ ਰੋਸ ਵੱਧਦਾ ਜਾ ਰਿਹਾ ਹੈ। ਇਸ ਵੇਲੇ ਇਹਨਾਂ ਵੱਲੋਂ ਜਿਹੜਾ ਕੇਂਦਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ, ਇਹਨਾਂ ਨੇ ਆਪਣੇ ਟਰੈਕਟਰਾਂ ਦੇ ਉੱਪਰ ਕਿਸਾਨੀ ਝੰਡੇ ਲਾਏ ਹੋਏ ਨੇ। ਕਿਸਾਨ ਮਜ਼ਦੂਰ ਏਕਤਾ ਦੇ ਝੰਡੇ ਲਾਏ ਨੇ, ਕਾਲੇ ਝੰਡੇ ਰੋਸ ਪ੍ਰਗਟਾਉਣ ਲਈ ਕਾਲੇ ਝੰਡੇ ਲਾਏ ਨੇ। ਉੱਥੇ ਹੀ ਆਪਣੇ ਦੇਸ਼ ਦਾ ਜਿਹੜਾ ਤਿਰੰਗਾ ਹੈ ਉਹਨਾਂ ਨੇ ਉਹ ਵੀ ਆਪਣੇ ਟਰੈਕਟਰਾਂ ਤੇ ਲਗਾਇਆ ਹੋਇਆ ਹੈ ਤਾਂ ਕਿ ਜਿਹੜੇ ਉਹ ਆਪਣੇ ਦੇਸ਼ ਦੀ ਜਿਹੜੀ ਦੇਸ਼ ਭਗਤੀ ਉਹਦੇ ਬਾਰੇ ਵੀ ਖੁਦ ਨੂੰ ਦਰਸਾ ਸਕਣ। ਅਤੇ ਸਾਡੇ ਨਾਲ ਸਰ ਕੀ ਕਹਿਣਾ ਚਾਹੁੰਦੇ ਹੋ? ਟਰੈਕਟਰ ਰੈਲੀ ਕੱਢ ਕੇ ਰੋਸ ਪ੍ਰਗਟ ਕਰ ਰਹੇ ਹੋ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਆਪਾਂ ਇੱਦਾਂ ਹੀ ਹਰ ਵੇਲੇ ਰੈਲੀ ਕੱਢਦੇ ਰਵਾਂਗੇ। ਕਿਸਾਨਾਂ ਦੇ ਹੱਕ ਵਿੱਚ ਤੁਸੀਂ ਰੈਲੀ ਕੱਢ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਕਿਸਾਨਾਂ ਦਾ ਹੱਕ ਜਿਹੜਾ ਹੈ ਬਹੁਤ ਜ਼ਰੂਰੀ ਹੈ, ਉਹ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਸਪੋਰਟ ਕਰੋ ਤੇ ਇੱਕ ਤੋਂ ਇੱਕ ਵੱਧ ਕੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਸੰਵਿਧਾਨ ਸਾਨੂੰ ਬੋਲਣ ਦਾ ਹੱਕ ਦਿੰਦਾ। ਉੱਥੇ ਹੀ ਕੇਂਦਰ ਸਰਕਾਰ ਜਿਹੜੀ ਹੈ ਸਾਡੀ ਆਵਾਜ਼ ਨੂੰ ਦਬਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਮੈਡਮ ਕਾਨੂੰਨ ਇਹ ਰੱਦ ਕਰ ਦੇ, ਬਸ ਹੋਰ ਤਾਂ ਕੋਈ ਗੱਲ ਨਹੀਂ। ਕਾਨੂੰਨ ਇਹ ਰੱਦ ਕਰ ਦੇਣ ਸਹੀ ਹੈ। ਹਾਂਜੀ, ਕੇਂਦਰ ਨੇ ਮੀਟਿੰਗਾਂ ਕੀਤੀਆਂ। ਕੇਂਦਰ ਦਾ ਕਹਿਣਾ ਹੈ ਕਿ ਕਾਨੂੰਨਾਂ ਨੂੰ ਹੋਲਡ ਕਰ ਦਿਆਂਗੇ, ਰੱਦ ਨਹੀਂ ਕਰਾਂਗੇ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਤਾਂ ਰੱਦ ਹੋਣਗੇ ਫੇਰ ਹੀ। ਉਹਦਾ ਸਾਰੇ ਜਿੰਨੇ ਸਭ ਜ਼ਿਮੀਂਦਾਰ ਜਿੰਨੇ ਹੋਰ ਨੇ ਖਾਣ ਪੀਣ ਵਾਲੇ ਸਾਰੇ ਭੁੱਖੇ ਮਰਨਗੇ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੱਢ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਬਿੱਲ ਵਾਪਸ ਲਵੇ ਤੇ ਕਿਸਾਨ ਆਪਣੇ ਘਰਾਂ ਨੂੰ ਜਾਣ। ਲਗਾਤਾਰ ਤੁਸੀਂ ਦੇਖ ਰਹੇ ਹੋ ਇੱਥੇ ਟਰੈਕਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇੱਥੇ ਰੈਲੀ ਦੇ ਵਿੱਚ ਬਹੁਤ ਸਾਰੀ ਗਿਣਤੀ ਦੇ ਵਿੱਚ ਜਿਹੜੇ ਨੇ ਟਰੈਕਟਰ ਸ਼ਾਮਿਲ ਹੋ ਰਹੇ ਨੇ। ਇੱਥੇ ਅੱਜ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਸੰਵਿਧਾਨ ਜੋ ਕਿ ਸਾਨੂੰ ਕਿਤੇ ਵੀ ਬੋਲਣ ਦੀ, ਕੋਈ ਵੀ ਜਿਹੜਾ ਪ੍ਰਦਰਸ਼ਨ ਕਰਨ ਦਾ ਹੱਕ ਦਿੰਦਾ ਹੈ। ਪਰ ਜਿਹੜਾ ਬਾਰ-ਬਾਰ ਜਿਹੜਾ ਸਰਕਾਰਾਂ ਵੱਲੋਂ ਸਾਡੇ ਤੇ ਫੈਸਲੇ ਥੋਪੇ ਜਾ ਰਹੇ ਨੇ, ਸਾਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ। ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੋ ਮੋਦੀ ਸਰਕਾਰ ਨੇ ਸਾਡੇ ਤੇ ਹਰੇਕ ਹੱਥ ਕੰਡਾ ਵਰਤ ਕੇ ਦੇ ਹਟਿਆ, ਬੰਦੇ ਖਰੀਦ ਕੇ ਸੰਘਰਸ਼ 'ਚ ਬਾੜ ਕੇ ਦੇ ਹਟਿਆ, ਮੀਡੀਆ ਖਰੀਦ ਕੇ ਸਾਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਦੇਖ ਲਿਆ ਉਹਨੇ। ਭਲਾ ਉਹਦੀਆਂ ਇਹ ਚਲਾਕੀਆਂ ਨਹੀਂ ਚੱਲੀਆਂ ਜੋ ਕਿ ਸਾਡੀ ਕਿਸਾਨੀ ਦੀ 100% ਜਿੱਤ ਹੋਊਗੀ। ਮੋਦੀ ਸਾਹਿਬ ਤੁਸੀਂ ਜਿੰਨੀਆਂ ਮਰਜ਼ੀ ਹੋਰ ਚਲਾਕੀਆਂ ਕਰ ਲਓ, ਇਸ ਵੇਲੇ ਦੁਕਾਨਦਾਰ, ਮਜ਼ਦੂਰ, ਕਿਸਾਨ, ਜਿੰਨੇ ਵੀ ਸਾਡੇ ਹਿੰਦੂ ਭਾਈਚਾਰਾ, ਮੁਸਲਮਾਨ ਭਾਈਚਾਰਾ ਇਸ ਵੇਲੇ ਸਾਡੇ ਪੂਰਾ ਸਹਿਯੋਗ ਦੇ ਰਿਹਾ। ਇਹ ਤੇਰੀਆਂ ਚਲਾਕੀਆਂ ਮੋਦੀ ਸਾਹਿਬ ਨਹੀਂ ਚੱਲਣੀਆਂ। ਇਸ ਵੇਲੇ ਜੋ ਕਿਸਾਨ ਵੀਰ ਸਾਡੇ ਜਾ ਕੇ ਦਿੱਲੀ ਪਰੇਡ ਕਰ ਰਿਹਾ, ਜੋ ਉੱਥੇ ਨਹੀਂ ਗਏ, ਉਹ ਇਸ ਵੇਲੇ ਸਾਡੇ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੇ ਦਿੱਲੀ ਨਹੀਂ ਪਹੁੰਚ ਸਕਦੇ, ਉਹ ਇੱਥੇ ਸ਼ਹਿਰ ਦੇ ਵਿੱਚ ਇਸ ਵੇਲੇ ਨਕੋਦਰ ਚੌਂਕ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਅਸੀਂ ਪੈਦਲ ਮਾਰਚ ਕੱਢਿਆ ਆ। ਮੋਦੀ ਸਾਹਿਬ ਤੇਰਾ ਅਸੀਂ ਡਟ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਇਹ ਕਾਲਾ ਕਾਨੂੰਨ ਰੱਦ ਨਹੀਂ ਹੁੰਦਾ। ਬਾਕੀ ਦਿੱਲੀ ਦੇ ਵਿੱਚ ਪਹਿਲਾਂ ਸਾਨੂੰ ਦਿੱਲੀ ਪ੍ਰਸ਼ਾਸਨ ਨੇ ਸਾਨੂੰ ਪਰਮਿਸ਼ਨ ਦੇ ਦਿੱਤੀ, ਤੁਸੀਂ ਆਪਣਾ ਟਰੈਕਟਰ ਮਾਰਚ ਦਿੱਲੀ ਦੇ ਵਿੱਚ ਅਸੀਂ ਤੁਹਾਨੂੰ ਬੈਰੀਕੇਡ ਨਹੀਂ ਲਾਵਾਂਗੇ, ਤੁਸੀਂ ਰਿੰਗ ਰੋਡ ਤੇ ਆਪਣਾ ਮਾਰਚ ਕੱਢੋ। ਭਲਾ ਅੱਜ ਖੜੇ ਪੈਰ ਸਵੇਰੇ ਉਹਦੇ ਬੈਰੀਕੇਡ ਵੀ ਲਾਏ, ਆਸੂਕੋ ਤੇ ਗੋਲੇ ਵੀ ਸਾਡੇ ਤੇ ਸਿੱਟੇ, ਸਾਡੇ ਨੌਜਵਾਨ ਵੀਰਾਂ ਦੇ, ਕਿਸਾਨ ਵੀਰਾਂ ਤੇ ਲਾਠੀ ਚਾਰਜ ਵੀ ਕੀਤਾ। ਭਲਾ
ਹਰਿਆਣਾ ਪ੍ਰਸ਼ਾਸਨ ਨੇ ਬੈਰੀਕੇਡ ਵੀ ਲਾ ਕੇ ਦੇਖ ਲੈ, ਵਾਟਰ ਕੈਨਰ ਵੀ ਚਲਾ ਕੇ ਦੇਖ ਲੈ, ਆਸੂ ਕੇ ਦੇ ਗੋਲੇ ਸੱਟ ਕੇ ਵੀ ਦੇਖ ਲੈ, ਉਹਨਾਂ ਦੇ ਅਸੀਂ ਖੱਡੇ ਵੀ ਪੂਰ ਕੇ ਗਾਂ ਲੰਘ ਗਏ ਸੀ। ਸਾਡਾ ਸ਼ਾਂਤਮਈ ਤਰੀਕੇ ਦੇ ਨਾਲ 2 ਮਹੀਨੇ ਤੋਂ ਸੰਘਰਸ਼ ਸਿੰਘੂ ਬਾਰਡਰ ਟਿੱਕਰੀ ਬਾਰਡਰ ਤੇ ਚੱਲ ਰਿਹਾ ਆ। ਇਹ ਸਾਡਾ ਸ਼ਾਂਤਮਈ ਦੇ ਜੋ ਅਸੀਂ ਅੱਜ ਪਰੇਡ ਵੀ ਕਰਨੀ ਆ, ਸ਼ਾਂਤਮਈ ਨਾਲ ਭਲਾ ਸਾਨੂੰ ਇਸ ਵੇਲੇ ਉੱਥੇ ਲਾਠੀ ਚਾਰਜ ਹੋਈ ਆ, ਆਸੂ ਕਾ ਦੇ ਗੋਲੇ ਖਾਣ ਨੂੰ ਮਿਲੇ। ਭਲਾ ਅਸੀਂ ਹਰ ਹਾਲਤ ਦੇ ਵਿੱਚ ਜੋ ਗੱਲ ਕਹਿਤੀ ਆ ਦਿੱਲੀ ਪਰੇਡ ਕਰਾਂਗੇ ਤਾਂ ਸਾਡੇ ਟਰੈਕਟਰ ਜਾ ਕੇ ਦਿੱਲੀ ਦੇ ਵਿੱਚ ਪਰੇਡ ਕਰਨਗੇ, ਹਰ ਹਾਲਤ ਦੇ ਵਿੱਚ ਕਰਨਗੇ। ਲਗਾਤਾਰ ਅੱਜ 2 ਮਹੀਨੇ ਹੋ ਚੁੱਕੇ ਨੇ ਦਿੱਲੀ ਦੇ ਵਿੱਚ ਸੰਘਰਸ਼ ਕਰਦੇ ਆ। ਦਿੱਲੀ ਪੁਲਿਸ ਵੱਲੋਂ ਜਿਹੜਾ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਗਈ ਸੀ, ਪਰ ਬਾਰ-ਬਾਰ ਜਿਹੜਾ ਕਿਸਾਨ ਅੰਦੋਲਨ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਕਿਸਾਨ ਕਈ ਸਮਰਥਨ 'ਚ ਨਹੀਂ, ਜਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੇ ਕੇਂਦਰ ਦਾ ਰਵੱਈਆ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਜੀ ਸਾਰੀ ਸਾਧ ਸੰਗਤ ਨੂੰ ਪਤਾ, ਆਮ ਦੁਨੀਆ ਪਤਾ, ਬੱਚੇ ਤੋਂ ਬਜ਼ੁਰਗ ਤੱਕ ਸਰਕਾਰ ਦੀ ਨੀਤ ਤੇ ਨੀਤੀ ਵਿੱਚ ਫਰਕ ਆ। ਇਹਨਾਂ ਨੂੰ ਕਹਿਣ ਨੂੰ ਕੁਛ ਹੋਰ, ਦੱਸਣ ਨੂੰ ਹੋਰ, ਕਰਨ ਨੂੰ ਕੁਛ ਹੋਰ। ਠੀਕ ਹੈ, ਪਹਿਲਾਂ ਇਹ ਕਿਹੜੇ ਵਾਅਦੇ ਕਰਦੇ ਸੀ ਤੇ ਅੱਜ ਨਹੀਂ ਕੀ ਕੀਤਾ। ਇਹਨਾਂ ਦੀਆਂ ਗੱਲਾਂ ਤੋਂ ਸਾਰਿਆਂ ਤੋਂ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਾ। ਅੱਜ ਉਹ ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰਨੇ ਹੀ ਪੈਣਗੇ, ਚਾਹੇ 2 ਮਹੀਨੇ ਲੰਘ ਗਏ, 6 ਮਹੀਨੇ ਲੰਘ ਜਾਣ, ਸਾਲ ਲੰਘ ਜਾਵੇ, ਇਹ ਰੱਦ ਕਰਾਏ ਬਿਨਾਂ ਕਿਸਾਨ ਯੂਨੀਅਨ ਵਾਲੇ ਵਾਪਸ ਨਹੀਂ ਮੁੜਨਗੇ, ਕਦੇ ਵੀ ਨਹੀਂ ਮੁੜਨਗੇ। ਠੀਕ ਹੈ ਜੀ। ਪੂਰਾ ਭਾਰਤ ਕਹਿੰਦਾ ਕਿ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਇਹ ਮੋਦੀ ਸਰਕਾਰ ਕਿਉਂ ਨਹੀਂ ਕਰ ਰਿਹਾ ਹੈ? ਇਹਨੂੰ ਰੱਦ ਕਰਨੇ ਹੀ ਪੈਣੇ ਆ। ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਲਗਾਤਾਰ, ਕੇਂਦਰ ਨੇ 12 ਮੀਟਿੰਗਾਂ ਕੀਤੀਆਂ ਕੇਂਦਰ ਤੇ ਕਿਸਾਨਾਂ ਦੇ ਨਾਲ, ਪਰ ਉਹਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ 1.5 ਸਾਲ ਲਈ ਜਿਹੜੇ ਨੇ ਲੋਅਰ ਹੋਲਡ ਕਰ ਲਾਂਗੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? देखिए, मेरा कहना यही है, ये जो बीजेपी सरकार है इसके मोदी प्रधान है तो नहीं, लेकिन ये जो है ना वो हिटलर शाही के नीयत पर चल रहे हैं। वो सोचते हैं कि हमारे देश के अंदर हर जगह कभी मुस्लिम के ऊपर, कभी और कौम के ऊपर, और कभी जो है कि नहीं ये किसानों के ऊपर, इस तरह के जो अपना हिटलर शाही दिखा रहे हैं, ये उनको हिटलर शाही से नहीं देश चलता है, इसमें नरमी और भाईचारगी से देश चलता है। इसलिए हम लोगों का खास ये है कि ये जो किसान का जो कानून है उसको रद्द किया जाए। वो बोलते हैं कि इसका बहुत फ़ायदा है। भाई फ़ायदा है तो फ़ायदा बताओ तो सही, फ़ायदा कुछ नज़र आता नहीं है, और फ़ायदा कहने से नहीं होता है। कहते हैं किसानों को गुमराह किया जा रहा है। क्या गुमराह किया जा रहा है? अगर आप है तो आप उसको क्लियर करो, हाँ भाई इस वजह से है। जब किसी बात को हम क्लियर नहीं करेंगे तो अब जाहिर सी बात है कोई भी आदमी को कुछ न कुछ कहना ही कहना है। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਬਾਰ-ਬਾਰ ਕਿਹਾ ਕਿ ਇਹ ਜਿਹੜੇ ਨੇ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਜਾ ਰਹੇ ਨੇ, ਪਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜਾ ਥੋੜੀ ਹੀ ਦੂਰੀ ਤੇ ਜਿਹੜੇ ਬਾਰਡਰ ਤੇ किसान बैठे हुए ने, उन्होंने कोई भी वार्ता नहीं की गई है। देखिए जी, सरकार जो है ना बोलते किसानों के फ़ायदे के लिए हम काम कर रहे हैं, लेकिन जब किसानों को जो फ़ायदा समझ ही में नहीं आएगा। सपोज एग्जाम्पल के तौर पर कहेंगे कि आज सर्दी का मौसम है, अगर स्वेटर खरीदेंगे तो हमें फ़ायदा है कि मालूम है कि हम स्वेटर पहनेंगे तो सर्दी नहीं लगेगी, लेकिन किसानों को उसका कोई फ़ायदा ही नजर, बेनिफिट ही नज़र नहीं आ रहा है। तो ऐसा कानून रखने का फ़ायदा क्या ही है? जब खुद को पहनने वालों को या इस्तेमाल करने वालों को फ़ायदा जब नज़र आए तब उसके इस्तेमाल करने का कोई मज़ा आता है या संबंध में बनती है। जब किसानों को उस चीज़ का फ़ायदा नज़र ही नहीं आ रहा है, कोई उसका संबंध ही नहीं नज़र आ रहा है, लगता है कि नहीं इससे हमें और नुकसान होगी, तो आप उसको रद्द करो। हिटलर शाही से तो देश नहीं चलेगा। जिस तरीके से वो हिटलर शाही कर रहे हैं, अगर पूरी जनता उस तरीके से अगर हो जाए तो क्या होगा? देश के अंदर बहुत तरह से खून खराबा हो सकता है। ਇਹ ਮੋਦੀ ਸਰਕਾਰ ਨੂੰ ਇਹ ਕਹਿੰਦੇ ਜੋ ਕਾਲੇ ਕਾਨੂੰਨ ਬਣਾਏ ਹਨ ਇਹਨਾਂ ਨੂੰ ਰੱਦ ਕਰੋ। ਇਹ ਜੋ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਹਨ ਤਿੰਨੋਂ, ਇਹਨਾਂ ਨੂੰ ਰੱਦ ਕੀਤਾ ਜਾਵੇ। ਜੋ ਦਿੱਲੀ ਵਿੱਚ ਇਹ ਜੋ ਆਪਣੇ ਧਰਨਾ ਲੱਗ ਰਿਹਾ ਹੈ, ਜੋ ਪ੍ਰਚਾਰ ਹੋ ਰਿਹਾ ਹੈ, ਸਾਰੇ ਇਹ ਕਾਲੇ ਕਾਨੂੰਨਾਂ ਦੇ ਲੱਗ ਰਿਹਾ ਹੈ। ਇਹ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ। ਵਿਧਾਨ ਜੋ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ, ਉੱਥੇ ਹੀ ਸਾਡੇ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਉਹਨਾਂ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ। ਬਿਲਕੁਲ ਇਸੇ ਵਜ੍ਹਾ ਕਰਕੇ ਹੀ ਅਸੀਂ ਸਾਡੇ ਜਿਹੜੇ ਭਰਾ ਆ ਦਿੱਲੀ 'ਚ 1-2 ਮਹੀਨੇ ਤੋਂ ਧਰਨਾ ਲਾ ਕੇ ਬੈਠੇ ਆ, ਉਹ ਬਿਲਕੁਲ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਅੱਜ ਇਸੇ ਕਰਕੇ 26 ਜਨਵਰੀ ਸਾਡਾ ਗਣਤੰਤਰ ਦਿਵਸ ਆ, ਸੰਵਿਧਾਨਿਕ ਦਿਨ ਆ। ਇਸੇ ਕਰਕੇ ਅਸੀਂ ਸਾਰੀ ਦਿੱਲੀ 'ਚ ਵੀ ਔਰ ਪੂਰੇ ਪੰਜਾਬ 'ਚ ਰੋਸ ਮਾਰਚ ਕਰ ਰਹੇ ਆ ਇਸ ਵਜੋਂ ਮੋਦੀ, ਤਾਂ ਕਿ ਜੋ ਸਾਡੀ ਮੋਦੀ ਸਰਕਾਰ ਆਵਾਜ਼ ਸੁਣ ਸਕੇ। ਤੁਸੀਂ ਦੇਖ ਸਕਦੇ ਹੋ ਇਸ ਧਰਨੇ ਦੇ ਵਿੱਚ ਹਰੇਕ ਧਰਮ ਦੇ ਲੋਕ ਸ਼ਾਮਲ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਕੀ ਕਹਿਣਾ ਚਾਹੁੰਦੇ ਹੋ? ਅੱਜ ਦੇਸ਼ ਦਾ ਜਿਹੜਾ ਮਾਹੌਲ ਹੈ, ਸਭ ਤੋਂ ਪਹਿਲਾਂ ਤਾਂ ਮੈਂ
ਆਪਣਾ ਨਾਮ ਦੱਸਾਂ ਮੁਹੰਮਦ ਅਕਬਰ ਅਲੀ। ਮੈਂ ਮੁਸਲਿਮ ਸਮਾਜ ਦਾ ਆਗੂ ਹਾਂ ਤੇ ਅੱਜ ਹਰ ਸਮਾਜ ਦੇ ਲੋਕ, ਹਰ ਸਮਾਜ ਦੇ ਜ਼ਿੰਮੇਦਾਰ ਲੋਕ ਕਿਸਾਨ ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਜੋ ਸਾਡੇ ਕਿਸਾਨ ਭਾਈ ਬਾਰਡਰ ਤੇ ਬੈਠ ਕੇ ਆਪਣੀ ਸ਼ਹਾਦਤ ਦੇ ਰਹੇ ਆ, ਉਹਨਾਂ ਦਾ ਅਫਸੋਸ ਕਰਦੇ ਆ। ਅੱਜ ਬੜੇ ਹੀ ਖੁਸ਼ੀ ਦਾ ਦਿਹਾੜਾ, ਕਿਉਂਕਿ ਅੱਜ ਦੇਸ਼ 'ਚ ਪੂਰੇ ਸਾਡੇ ਝੰਡੇ ਨੂੰ ਸਲਾਮੀ ਦਿੱਤੀ ਜਾ ਰਹੀ ਆ। ਅਸੀਂ ਇੱਕ ਪਾਸੇ ਤਾਂ ਦੇਸ਼ ਦੇ ਝੰਡੇ ਨੂੰ ਹੱਥ 'ਚ ਰੱਖਿਆ ਆ ਤੇ ਦੂਜੀ ਤਰਫ ਇਹ ਮੈਸੇਜ ਦੇ ਰਿਹਾ ਇਹ ਝੰਡਾ ਅੱਜ ਸਾਡਾ ਥੱਲੇ ਨੂੰ ਡਿੱਗ ਰਿਹਾ, ਕਿਉਂਕਿ ਸਾਡੇ ਦੇਸ਼ ਦਾ ਸੰਵਿਧਾਨ ਥੱਲੇ ਨੂੰ ਡਿੱਗ ਰਿਹਾ। ਇਹ ਕਿਸੇ ਵੀ ਕੀਮਤ ਤੇ ਸਾਡੇ ਪੂਰੇ ਵਰਗ ਦੇ ਲੋਕ, ਦੇਸ਼ ਦੇ ਲੋਕ ਇਸ ਝੰਡੇ ਨੂੰ ਥੱਲੇ ਨਹੀਂ ਡਿੱਗਣ ਦੇਣਗੇ। ਚਾਹੇ ਸਾਨੂੰ ਆਪਣੇ ਜਾਨ ਦੀ ਕੁਰਬਾਨੀ ਦੇਣੀ ਪਵੇ, ਸਾਨੂੰ ਸਾਡੇ ਆਪਣੇ ਬੱਚਿਆਂ ਦੀ ਕੁਰਬਾਨੀ ਦੇਣੀ ਪਵੇ। ਅੱਜ ਜਿਹੜਾ ਕੇਂਦਰ ਸਰਕਾਰ ਇਹ ਕਾਲਾ ਕਾਨੂੰਨ ਬਣਾ ਕੇ ਸਾਡੇ ਵਰਗ ਨੂੰ ਪਰੇਸ਼ਾਨ ਕਰ ਰਹੇ ਆ, ਇਹ ਬਹੁਤ ਅਫਸੋਸਨਾਕ ਹੈ ਤੇ ਇਤਿਹਾਸ ਵਿੱਚ ਇਹ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਊਗਾ। ਬਹੁਤ ਬੁਰਾ ਵਕਤ ਚੱਲ ਰਿਹਾ। ਕੇਂਦਰ ਸਰਕਾਰ ਨੂੰ ਸਾਡੀ ਗੁਜ਼ਾਰਿਸ਼ ਹੈ, ਅਸੀਂ ਅਮਨ ਪਸੰਦ ਲੋਕ ਹਾਂ, ਸਾਡੀ ਗੁਜ਼ਾਰਿਸ਼ ਹੈ ਕਿ ਇਸ ਕਾਲੇ ਕਾਨੂੰਨ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਤੇ ਕਿਸਾਨ ਭਾਈਚਾਰੇ ਨੂੰ ਉਹਨਾਂ ਨੂੰ ਘਰ ਵਾਪਸ ਜੋ ਹੈਗਾ ਇੱਜ਼ਤ ਦੇ ਨਾਲ ਭੇਜਿਆ ਜਾਵੇ। ਸਰ, ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਜੋ ਕਿ ਸਾਡੇ ਸੰਵਿਧਾਨ ਦੇ ਲਾਗੂ ਹੋਣ ਦਾ ਦਿਨ ਹੈ। ਸੰਵਿਧਾਨ ਜੋ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਦਿੰਦਾ ਹੈ। ਹਰੇਕ ਗੱਲ ਦਾ ਜਿਹੜਾ ਹੈ ਆਪਾਂ ਵਿਰੋਧ ਕਰ ਸਕਦੇ ਹਾਂ, ਪਰ ਜਿਹੜਾ ਸਾਨੂੰ ਅੱਜ ਟਰੈਕਟਰ ਪਰੇਡ ਕੱਢਣ ਤੋਂ ਰੋਕਿਆ ਗਿਆ, ਉਹਨਾਂ ਤੇ ਹੰਝੂ ਗੈਸ ਦੇ ਗੋਲੇ ਮਾਰੇ ਗਏ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? हम आज एकजुट जुड़े हैं, सारे इस समाधान के साथ में हैं, हिंदू मुस्लिम सिख ईसाई। हम इस देश के नुमाइंदा हैं, सारे इस देश के एकता है। जो ये काले कानून मोदी सरकार ने ये छुपे चोरी इनको पास किया है, हम इसका विरोध करते हैं और सारी हमारी देश की एकता। हमारा अम्बेडकर जो संविधान लिखा है अम्बेडकर जी ने, वो एक संविधान लिखा है। इनकी आज तक राजनीति ये रही है कि हिंदू मुस्लिम और मुसलमानों ने भी अपने देश आज़ाद करने में काफ़ी कुर्बानियाँ दी हैं और काफ़ी लोगों ने अपनी देशभक्ति का ऐलान किया है। जैसे कि हमारे कर्नाटक के टीपू सुल्तान और हमीद जिसने पाकिस्तान की उसमें 7 टैंक उड़ाए थे। हमारे देश में हर एक योद्धा, हर एक सिख समाज से हम अपने देश की हमारी यही एक पहचान है। हम इतना ही कहते हैं। ਅਸੀਂ ਕੇਂਦਰ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ, ਜਿਹੜੇ ਕਾਲੇ ਕਾਨੂੰਨ ਬਣਾਏ ਆ ਇਹਨੂੰ ਜਲਦ ਤੋਂ ਜਲਦ ਰੱਦ ਕਰ ਦਿਓ, ਨਹੀਂ ਤਾਂ ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਦੇਸ਼ ਦੇ ਵਿੱਚ ਦੰਗੇ ਕਰਾਉਣ ਵਾਸਤੇ। ਕਿਉਂਕਿ ਤੁਸੀਂ ਪੂਰੀ ਕੋਸ਼ਿਸ਼ ਕੀਤੀ ਹੈ, ਜਿੱਦਾਂ ਕਿ ਅਸੀਂ ਦਿੱਲੀ ਵੀ ਜਾ ਕੇ ਆਏ ਆ, ਦਿੱਲੀ ਦੇ ਵਿੱਚ ਅਸੀਂ ਦੇਖਿਆ ਕਿ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਜਿਹੜਾ ਉੱਥੇ ਧਰਨਾ ਚੱਲ ਰਿਹਾ ਉਹਨੂੰ ਖਰਾਬ ਕੀਤਾ ਜਾ ਸਕੇ। ਮਨਵਾਦੀ ਸਰਕਾਰ ਨੂੰ ਅਸੀਂ ਇਹੀ ਗੱਲ ਆਖਣਾ ਚਾਹਾਂਗੇ ਕਿ ਇਸ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਜਲਦ ਤੋਂ ਜਲਦ। ਉਹ ਜੋ ਕਰਨ ਦੇ ਆ ਜੀ, ਮੈਨੂੰ ਇੱਕ ਹਿਸਾਬ ਨਾਲ ਗਲਤ ਕਰਨ ਦੇ ਆ, ਕਿਉਂਕਿ ਜੇ ਆਪਾਂ ਸ਼ਾਂਤਮਈ ਤਰੀਕੇ ਨਾਲ ਕਰਨ ਦੇ ਆ, ਸਾਨੂੰ ਕੱਢਣ ਤੋਂ ਰੈਲੀ ਇਹ ਜਾਣ ਤੇ ਜਿਹੜੇ ਹੰਝੂ ਗੈਸ ਦੇ ਗੋਲੇ ਪਾਏ ਗਏ ਨੇ, ਉਹਨਾਂ ਨਾਲ ਜਿਹੜਾ ਤਸ਼ੱਦਦ ਟਾਏ ਜਾ ਰਹੇ ਨੇ, ਉਹ ਚਾਹੁੰਦੇ ਆ ਕਿ ਇਹ ਨਾ ਕਾਨੂੰਨ ਰੱਦ ਹੋਣ, ਇਹਨਾਂ ਨੂੰ ਤਾਂ ਕਰਕੇ ਕਰਨ ਦੇ। ਇਦਾਂ ਕਿ ਬਾਕੀ ਕੋਈ ਚੱਕਰ ਨਹੀਂ, ਆਪਾਂ ਜਿੱਦਾਂ ਹੈਗਾ ਕਰਾਂਗੇ, ਧਿਆਨ ਨਾਲ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ। ਮੈਂ ਇਹੀ ਕਹਿਣਾ ਚਾਹੁੰਦਾ ਆ, ਇਹ ਮੋਦੀ ਸਰਕਾਰ ਜਾਂ ਬੀਜੇਪੀ ਸਰਕਾਰ ਇਹ ਦੇਸ਼ ਦੇ ਨਾ 2 ਬਿਜ਼ਨਸਮੈਨਾਂ ਦੇ ਹੱਥ ਵਿਕੇ ਹੋਈ ਆ ਤੇ ਜੋ ਕੁਝ ਇਹ ਲਾਗੂ ਕਰ ਰਹੇ, ਇਦਾਂ ਸਰਕਾਰਾਂ ਨਹੀਂ ਚੱਲਣੀਆਂ ਤੇ ਮਨਮਰਜ਼ੀਆਂ ਕਰੀ ਜਾਂਦੇ ਆ ਤੇ ਕਿਸਾਨਾਂ ਦੇ ਨਾਲ ਜਿਹੜੇ ਅਤਿਆਚਾਰ ਹੋ ਰਹੇ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ। ਠੀਕ ਹੈ, ਸਾਡਾ ਮੁਸਲਿਮ ਸਮਾਜ, ਮੈਂ ਮੁਸਲਿਮ ਸਮਾਜ ਤੋਂ, ਸਾਡਾ ਸਾਰਾ ਮੁਸਲਿਮ ਸਮਾਜ ਕਿਸਾਨਾਂ ਦੇ ਨਾਲ ਹੈ, ਕਿਸਾਨ ਮਜ਼ਦੂਰਾਂ ਦੇ ਨਾਲ ਹੈ। ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸਮੁੱਚੇ ਦੇਸ਼ ਵਾਸੀਆਂ ਨੂੰ, ਭਾਰਤ ਵਾਸੀਆਂ ਨੂੰ। ਅੱਜ ਜਲੰਧਰ ਦੇ ਵਿੱਚ ਪੂਰੇ ਵਾਲਮੀਕ ਸਮਾਜ ਵੱਲੋਂ, ਦਲਿਤ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਕੱਢਿਆ ਜਾ ਰਿਹਾ ਵਾ, ਜਿਹੜੀ ਕਿ ਮੋਦੀ ਸਰਕਾਰ ਆ, ਬੀਜੇਪੀ ਸਰਕਾਰ ਆ, ਜਿਹੜੀ ਆਪਣੇ ਧੱਕੇਸ਼ਾਹੀ ਕਰਦੀ ਪਈ ਆ, ਕਾਲੇ ਕਾਨੂੰਨ ਜਬਰਨ ਸਾਡੇ ਥੋਪਦੀ ਪਈ ਆ, ਕਿਸਾਨ ਭਰਾਵਾਂ ਦੇ ਥੋਪਦੀ ਪਈ ਆ ਤੇ ਸੰਵਿਧਾਨ ਦੇ ਵਿੱਚ ਜਿਹੜਾ ਸ਼ੋਸ਼ਣ ਕਰਦੀ ਪਈ ਆ, ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਸੀਂ ਮੋਦੀ ਸਰਕਾਰ ਨੂੰ ਅੱਜ ਦੇ ਰੋਸ ਪ੍ਰਦਰਸ਼ਨ ਦੇ ਮਾਧਿਅਮ ਤੇ ਇਹੀ ਕਹਿਣਾ ਚਾਹੁੰਦੇ ਕਿ ਜਿਹੜਾ ਇਹ ਸੰਘਰਸ਼ ਕਰਦੇ ਪਏ ਆ, ਸਿਰਫ ਕਿਸਾਨਾਂ ਦਾ ਸੰਘਰਸ਼ ਨਹੀਂ ਹੈਗਾ, ਸਮੁੱਚੇ ਦੇਸ਼ ਵਾਸੀਆਂ ਦਾ ਸੰਘਰਸ਼ ਵਾ। ਜਿਹੜੀ ਇਹ ਤੇਰੇ ਕਾਲੇ ਕਾਨੂੰਨ ਵਾ, ਇਹਨਾਂ ਜਿਹੜੀ ਮਾਰ ਪੈਂਦੀ ਪਈ ਆ, ਪੂਰੇ ਦੇਸ਼ ਵਾਸੀਆਂ ਤੇ ਮਾਰ ਪੈਣੀ, ਨਾ ਕਿ ਇਕੱਲੇ ਕਿਸਾਨਾਂ ਦੇ। ਤੇ ਬਿਲਕੁਲ ਵੀ ਇਹ ਨਾ ਸਮਝੇ ਕਿ ਜਿਹੜਾ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਵਾ ਸਿਰਫ ਕਿਸਾਨ ਭਰਾਵਾਂ ਵੱਲੋਂ ਹੋ ਰਿਹਾ ਵਾ, ਇਹ ਸਮੁੱਚੇ ਦੇਸ਼ ਵਾਸੀਆਂ ਵੱਲੋਂ ਤੇ ਪੰਜਾਬ ਵਾਸੀਆਂ ਵੱਲੋਂ ਹੋ ਰਿਹਾ ਵਾ। ਤੇ ਮੈਂ ਆਪਣੇ ਸਮਾਜ ਵੱਲੋਂ ਤੇ ਆਪਣੀ ਨੈਸ਼ਨਲ ਵਾਲਮੀਕ ਸਭਾ ਵੱਲੋਂ ਇਹੀ ਬੇਨਤੀ ਕਰਦਾ ਵਾਂ ਕਿ ਜਿਹੜੇ ਕਾਲੇ ਕਾਨੂੰਨ ਹੈਗੇ ਇਹਨੂੰ ਜਲਦ ਤੋਂ ਜਲਦ ਰੱਦ ਕਰ ਦਿੱਤਾ ਜਾਵੇ, ਨਹੀਂ ਤਾਂ ਜਿਹਦਾ ਇਹਦਾ ਆਉਣ ਵਾਲਾ ਰਿਜ਼ਲਟ ਹੋਊਗਾ ਉਹਦਾ ਜ਼ਿੰਮੇਦਾਰ ਪੂਰੀ ਤਰ੍ਹਾਂ ਮੋਦੀ ਆਪ ਹੋਊਗਾ, ਬੀਜੇਪੀ ਸਰਕਾਰ ਆਪ ਹੋਊਗੀ, ਚਾਹੇ ਉਹ ਵਧੀਆ ਹੋਵੇ ਚਾਹੇ ਉਹ ਮਾੜਾ ਹੋਵੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਸੰਘਰਸ਼ ਦੇ ਵਿੱਚ ਬੱਚੇ ਵੀ ਸ਼ਾਮਲ ਨੇ
ਅਸੀਂ ਇਸ ਬੱਚੀ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਸਿਮਰਨਜੀਤ। ਜਿਹੜੇ ਕਾਲੇ ਕਾਨੂੰਨ ਜਿਹੜੇ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨੇ, ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਦੇ ਹੱਕ 'ਚ? ਕਿਸਾਨਾਂ ਨਾਲ ਤੇ ਨਾਲ ਹੋ ਤੁਸੀਂ? ਕੋਈ ਨਾਰਾ ਲਗਾ ਦਿਓ ਕਿਸਾਨਾਂ ਦੇ ਹੱਕ ਵਿੱਚ। ਜੈ ਕਿਸਾਨ। ਕਿਸਾਨ ਜਿੰਦਾਬਾਦ।